ਪਿਆਰੇ ਵਿਦਿਆਰਥੀਓ, ਅੱਜ ਆਪਾਂ ਸਮਾਜਿਕ ਵਿਗਿਆਨ ਦੇ ਭਾਗ 2 ਇਤਿਹਾਸ ਦੇ ਸਾਡਾ ਅਤੀਤ ਤੇ ਪਾਠ 13 ਬਸਤੀਵਾਦ ਅਤੇ ਕਬਾਇਲੀ ਸਮਾਜ ਬਾਰੇ ਪੜ੍ਹਾਂਗੇ। ਇਸ ਪਾਠ ਨੂੰ ਸੌਖੀ ਤਰ੍ਹਾਂ ਸਮਝਣ ਲਈ ਬੱਚਿਓ ਆਪਾਂ ਇਸ ਨੂੰ 4 ਭਾਗਾਂ ਵਿੱਚ ਵੰਡਿਆ ਹੈ ਅਤੇ ਅੱਜ ਇਸ ਦੇ ਪਹਿਲੇ ਭਾਗ ਵਿੱਚ ਤੁਹਾਡੇ ਨਾਲ ਕਬਾਇਲੀ ਸਮਾਜ ਦੀ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਹਾਂ। ਬਸਤੀਵਾਦ ਇੱਕ ਰਾਜ ਦੁਆਰਾ ਕਿਸੇ ਹੋਰ ਰਾਜ ਦੀ ਆਰਥਿਕ ਅਤੇ ਸਮਾਜਿਕ ਲੁੱਟ ਹੈ। ਇਸ ਦਾ ਉਦੇਸ਼ ਸਿਰਫ ਆਪਣੇ ਰਾਜ ਦਾ ਵਿਸਥਾਰ ਕਰਨਾ ਹੁੰਦਾ ਹੈ। ਜਿਵੇਂ ਅੰਗਰੇਜ਼ਾਂ ਨੇ ਵੱਖ-ਵੱਖ ਦੇਸ਼ਾਂ 'ਤੇ ਕਬਜ਼ਾ ਕਰਕੇ ਕੀਤਾ, ਉਹਨਾਂ ਨੇ ਆਪਣੇ ਲਾਭ ਲਈ, ਧਨ ਕਮਾਉਣ ਲਈ ਅਤੇ ਵੱਖ-ਵੱਖ ਦੇਸ਼ਾਂ ਦੇ ਸਮਾਜਾਂ ਦੀ ਲੁੱਟ ਕਰਨ ਲਈ ਉਹਨਾਂ 'ਤੇ ਕਬਜ਼ਾ ਕੀਤਾ। ਸੋ ਇਸ ਤਰ੍ਹਾਂ ਬਸਤੀਵਾਦ ਇੱਕ ਰਾਜ ਦੁਆਰਾ ਹੋਰ ਕਿਸੇ ਰਾਜ ਦੀ ਆਰਥਿਕ ਅਤੇ ਸਮਾਜਿਕ ਲੁੱਟ ਹੈ। ਹੁਣ ਆਪਾਂ ਕਬੀਲੇ ਬਾਰੇ ਜਾਣਦੇ ਹਾਂ ਕਿ ਕਬੀਲਾ ਕੀ ਹੈ। ਕਬੀਲਾ ਪਰਿਵਾਰ ਦੇ ਅਜਿਹੇ ਸਮਾਜਿਕ ਸਮੂਹ ਨੂੰ ਕਿਹਾ ਜਾਂਦਾ ਹੈ ਜਿਸ ਦੇ ਇੱਕ ਵਿਸ਼ੇਸ਼ ਨਾਂ ਕਰਕੇ ਉਸ ਨੂੰ ਜਾਣਿਆ ਜਾਂਦਾ ਹੈ, ਜਿਨ੍ਹਾਂ ਦੀ ਬੋਲੀ ਸਾਂਝੀ ਹੁੰਦੀ ਹੈ, ਕਾਰੋਬਾਰ ਇੱਕ ਕਿਸਮ ਦਾ ਹੁੰਦਾ ਹੈ, ਸੱਭਿਆਚਾਰਕ ਇਕਸਾਰਤਾ ਹੁੰਦੀ ਹੈ ਅਤੇ ਨਿਸ਼ਚਿਤ ਖੇਤਰ ਵਿੱਚ ਰਹਿੰਦਾ ਹੈ ਜਾਂ ਘੁੰਮਦਾ ਫਿਰਦਾ ਹੈ। ਕਬੀਲਾ ਇੱਕ ਪਰਿਵਾਰ ਨੁਮਾ ਸਮਾਜ ਹੁੰਦਾ ਹੈ ਜੋ ਆਪਣੇ ਇੱਕ ਵਿਸ਼ੇਸ਼ ਨਾਂ ਕਰਕੇ ਜਾਣਿਆ ਜਾਂਦਾ ਹੈ, ਜਿਨ੍ਹਾਂ ਦੀ ਆਪਣੀ ਬੋਲੀ ਹੁੰਦੀ ਹੈ, ਕਾਰੋਬਾਰ ਆਪਣੇ ਢੰਗ ਦਾ ਹੁੰਦਾ ਹੈ, ਸੱਭਿਆਚਾਰ ਇਕਸਾਰਤਾ ਹੁੰਦੀ ਹੈ, ਜਿਨ੍ਹਾਂ ਦੇ ਆਪਸ 'ਚ ਸੁਭਾਅ ਵੀ ਮਿਲਦੇ ਜੁਲਦੇ ਹਨ, ਨਿਸ਼ਚਿਤ ਖੇਤਰ ਵਿੱਚ ਰਹਿੰਦੇ ਹਨ ਜਾਂ ਇੱਕ ਸੀਮਿਤ ਖੇਤਰ ਵਿੱਚ ਹੀ ਘੁੰਮਦੇ ਫਿਰਦੇ ਹਨ। ਸੋ ਆਪਾਂ ਨੂੰ ਇਸ ਵੱਖ-ਵੱਖ ਕਬੀਲਿਆਂ ਦੀਆਂ ਤਸਵੀਰਾਂ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਰਤ ਦੇ ਵੱਖ-ਵੱਖ ਕਬਾਇਲੀ ਲੋਕਾਂ ਦੀਆਂ ਕੁਝ ਤਸਵੀਰਾਂ ਆਪਾਂ ਨੂੰ ਇੱਥੇ ਦਿਖਾਈਆਂ ਗਈਆਂ ਹਨ ਕਿ ਉਹਨਾਂ ਦਾ ਪਹਿਰਾਵਾ ਕਿਵੇਂ ਦਾ ਹੈ, ਵੱਖ-ਵੱਖ ਢੰਗ ਦੇ ਨਾਲ ਉਹ ਰਹਿੰਦੇ ਹਨ, ਪਹਿਰਾਵਾ ਵੀ ਵੱਖ-ਵੱਖ ਹੈ, ਉਹਨਾਂ ਦੇ ਨਾਚ ਗਾਣੇ, ਬੋਲਣ ਦਾ ਢੰਗ, ਖਾਣਾ ਪੀਣਾ ਸਭ ਅਲੱਗ-ਅਲੱਗ ਹੈ ਅਤੇ ਉਹ ਆਪਣੀ ਇਸ ਸਹੂਲਤ, ਆਪਣੇ ਇਲਾਕੇ ਦੀ ਸਹੂਲਤ ਨਾਲ ਆਪਣੇ ਆਪ ਦਾ ਜੀਵਨ ਪ੍ਰਵਾਹ ਕਰਦੇ ਹਨ, ਆਪਣੇ ਆਪ ਨੂੰ ਉਵੇਂ ਦੇ ਜੀਵਨ ਵਿੱਚ ਢਾਲ ਲੈਂਦੇ ਹਨ ਜਿਵੇਂ ਦਾ ਉਹਨਾਂ ਦਾ ਆਲਾ ਦੁਆਲਾ ਹੁੰਦਾ ਹੈ। ਸੋ ਅੱਗੇ ਜਾ ਕੇ ਆਪਾਂ ਇਸ ਬਾਰੇ ਹੋਰ ਵਿਸਥਾਰ ਨਾਲ ਪੜ੍ਹਾਂਗੇ। ਇਹ ਤਸਵੀਰਾਂ ਸਾਨੂੰ ਭਾਰਤ ਦੇ ਵੱਖ-ਵੱਖ ਕਬਾਇਲੀ ਲੋਕਾਂ ਬਾਰੇ ਦੱਸਦੀਆਂ ਹਨ ਕਿ ਸਾਡੇ ਕਬੀਲੇ ਕਿਵੇਂ ਦੇ ਹਨ ਅਤੇ ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਹੈ। ਸੋ ਆਓ ਆਪਾਂ ਜਾਣੀਏ ਸਾਡਾ ਕਬਾਇਲੀ ਸਮਾਜ ਕਿਵੇਂ ਦਾ ਹੈ। ਤੁਸ ਕਬਾਇਲੀ ਸਮਾਜ ਬਾਰੇ ਜਾਣਨ ਲਈ ਬੱਚਿਓ ਆਪਾਂ ਨੂੰ ਇਹਨਾਂ ਬਾਰੇ ਜਾਣਨ ਦੀ ਤੇ ਹੋਰ ਖੋਜ ਦੀ ਲੋੜ ਪੈਂਦੀ ਹੈ। ਤਾਂ ਆਪਾਂ ਦੇਖਦੇ ਹਾਂ ਜੋ ਸਾਡੇ ਕਿਤਾਬ ਵਿੱਚ ਆਪਾਂ ਨੂੰ ਦੱਸਿਆ ਗਿਆ ਹੈ ਕਿ ਕਬਾਇਲੀ ਸਮਾਜ ਜਾਂ ਆਦਿਵਾਸੀ ਲੋਕ ਭਾਰਤ ਦੀ ਆਬਾਦੀ ਦਾ ਇੱਕ ਮਹੱਤਵਪੂਰਨ ਹਿੱਸਾ ਹਨ, ਖਾਸ ਹਿੱਸਾ ਹਨ ਇਹ ਸਾਡੇ ਦੇਸ਼ ਦਾ। ਸੰਨ 1991 ਈਸਵੀ ਦੀ ਜਨਗਣਨਾ ਭਾਰਤ ਵਿੱਚ ਜਨਗਣਨਾ ਹਰ 10 ਸਾਲ ਬਾਅਦ ਕੀਤੀ ਜਾਂਦੀ ਹੈ, ਜਿਵੇਂ ਹੁਣ 2021 ਦੇ ਵਿੱਚ ਹੋਣੀ ਸੀ ਤੇ ਉਹਦੀ ਹੁਣ ਤੋਂ ਤਿਆਰੀ ਅਸੀਂ ਸ਼ੁਰੂ ਕੀਤੀ ਹੋਈ ਹੈ। ਤੇ ਇਸ ਅਨੁਸਾਰ ਇਹਨਾਂ ਆਦਿਵਾਸੀਆਂ ਦੀ ਆਬਾਦੀ ਲਗਭਗ 15,955,000 ਅਤੇ 160 ਸੀ ਤੇ ਇਹ ਉਸ ਵੇਲੇ ਦੇ ਅੰਕੜੇ ਹਨ। ਇਹਨਾਂ ਕਬੀਲਿਆਂ ਦਾ ਸਭ ਤੋਂ ਵੱਡਾ ਹਿੱਸਾ ਕਈ ਰਾਜਾਂ ਜਿਵੇਂ
ਰਾਜਸਥਾਨ, ਜਿਵੇਂ ਇਹ ਆਪਾਂ ਨੂੰ ਨਕਸ਼ੇ ਵਿੱਚ ਦਿਖਾਇਆ ਗਿਆ ਹੈ। ਨੰਬਰ 1 ਤੇ ਜੋ ਨਕਸ਼ਾ ਸਾਡੇ ਕੋਲ ਆ ਰਿਹਾ ਹੈ, ਉਹਦੇ ਵਿੱਚ ਜੋ ਲਾਲ ਕੀਤਾ ਹੋਇਆ ਭਾਗ ਹੈ ਉਹ ਰਾਜਸਥਾਨ ਨੂੰ ਦਰਸਾਉਂਦਾ ਹੈ ਕਿ ਰਾਜਸਥਾਨ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਕਬੀਲੇ ਰਹਿੰਦੇ ਹਨ। ਫਿਰ ਰਾਜਸਥਾਨ ਹੈ, ਰਾਜਸਥਾਨ, ਫਿਰ ਗੁਜਰਾਤ ਹੈ, ਫਿਰ ਬਿਹਾਰ, ਉੜੀਸਾ, ਮੱਧ ਪ੍ਰਦੇਸ਼ ਵਿੱਚ ਇਹ ਕਬੀਲੇ ਰਹਿੰਦੇ ਸਨ। ਸੋ ਇਹ ਸਾਨੂੰ ਇੱਥੇ ਨਕਸ਼ਿਆਂ ਰਾਹੀਂ ਦਰਸਾਏ ਗਏ ਹਨ, ਜਿਸ ਨਾਲ ਕਿ ਅਸੀਂ ਛੇਤੀ ਕੀਤੇ ਸਮਝ ਸਕਦੇ ਹਾਂ ਕਿ ਸਾਡੇ ਭਾਰਤ ਵਿੱਚ ਇਹਨਾਂ ਕਬੀਲਿਆਂ ਦੇ ਵੱਡੇ ਹਿੱਸੇ ਇਹਨਾਂ ਰਾਜਾਂ ਵਿੱਚ ਰਹਿੰਦੇ ਸਨ ਅਤੇ ਉਹ ਆਪਣੇ ਢੰਗ ਦਾ ਵੱਖ-ਵੱਖ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਸਨ। ਇਹਨਾਂ ਰਾਜਾਂ ਤੋਂ ਇਲਾਵਾ ਆਦਿਵਾਸੀ ਕਈ ਛੋਟੇ ਰਾਜਾਂ ਵਿੱਚ ਵੀ ਰਹਿੰਦੇ ਸਨ, ਜਿਵੇਂ ਕਿ ਸਿੱਕਮ, ਗੋਆ, ਮਿਜ਼ੋਰਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾਦਰਾ, ਨਗਰ ਹਵੇਲੀ ਅਤੇ ਲਕਸ਼ਦੀਪ ਆਦਿ। ਇਹਨਾਂ ਰਾਜਾਂ ਵਿੱਚ ਵੀ ਆਦਿਵਾਸੀ ਰਹਿੰਦੇ ਸਨ, ਪਰ ਘੱਟ ਗਿਣਤੀ ਵਿੱਚ। ਥੋੜ੍ਹੇ ਛੋਟੇ ਕਬੀਲੇ ਸਨ, ਉਹ ਜਿਹੜੇ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਬਿਹਾਰ, ਇਹਨਾਂ ਰਾਜਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਤੇ ਵੱਡੇ ਕਬੀਲੇ ਰਿਹਾ ਕਰਦੇ ਸਨ। ਸੋ ਇਹਨਾਂ ਆਦਿਵਾਸੀ ਲੋਕਾਂ ਵਿੱਚੋਂ ਜ਼ਿਆਦਾਤਰ ਲੋਕ ਜਿਵੇਂ ਗੌਂਡ, ਭੀਲ, ਸੰਥਾਲ, ਮਿਜ਼ੋ ਆਦਿ ਸਨ। ਕਬੀਲਿਆਂ ਨਾਲ ਇਹ ਸੰਬੰਧ ਰੱਖਦੇ ਸਨ, ਇਹ ਕਬੀਲਿਆਂ ਦੇ ਨਾਮ ਸੀਗੇ। ਇਹਨਾਂ ਵਿੱਚੋਂ ਗੌਂਡ ਦੀ ਗਿਣਤੀ ਸਭ ਤੋਂ ਵੱਧ ਹੈ। ਇਹਨਾਂ ਕਬੀਲਿਆਂ ਤੋਂ ਇਲਾਵਾ ਹੋਰ ਵੀ ਕਈ ਘੱਟ ਜਨਸੰਖਿਆ ਵਾਲੇ ਕਬੀਲੇ ਹਨ। ਇਹ ਸਾਨੂੰ ਜੋ ਤਸਵੀਰਾਂ ਦੇ ਵਿੱਚ ਦਿਖਾਇਆ ਗਿਆ ਹੈ, ਉੱਪਰ ਗੌਂਡ ਕਬੀਲੇ ਨਾਲ ਸੰਬੰਧਿਤ ਲੋਕ ਦਰਸਾਏ ਗਏ ਹਨ ਤੇ ਉਸ ਤੋਂ ਥੱਲੇ ਤਸਵੀਰ ਵਿੱਚ ਬੱਚਿਓ ਆਪਾਂ ਨੂੰ ਭੀਲ ਕਬੀਲੇ ਦੇ ਨਾਲ ਸੰਬੰਧਿਤ ਲੋਕਾਂ ਦਾ ਚਿੱਤਰ ਦਰਸਾਇਆ ਗਿਆ ਹੈ। ਹੁਣ ਅੱਗੇ ਸਾਡੇ ਕੋਲੇ ਤਸਵੀਰ ਦੇ ਵਿੱਚ ਸੰਥਾਲ ਤੇ ਮਿਜ਼ੋ ਕਬੀਲੇ ਦਰਸਾਏ ਗਏ ਹਨ ਕਿ ਇਹਨਾਂ ਲੋਕਾਂ ਦਾ ਪਹਿਰਾਵਾ ਕਿਵੇਂ ਦਾ ਹੈ, ਇਹ ਕਿਵੇਂ ਦੇ ਨਾਚ ਕਰਦੇ ਸਨ, ਇਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਸੀ। ਇਹਨਾਂ ਦੇ ਵੱਖ-ਵੱਖ ਪਹਿਰਾਵਿਆਂ ਤੋਂ ਹੀ ਆਪਾਂ ਨੂੰ ਸਮਝ ਲੱਗ ਜਾਂਦੀ ਹੈ ਕਿ ਇਹ ਕਬੀਲੇ ਵੱਖ-ਵੱਖ ਤਰ੍ਹਾਂ ਦੇ ਪਹਿਰਾਵੇ ਪਾਉਂਦੇ ਹਨ। ਇਹਨਾਂ ਦਾ ਆਪਣਾ ਸੱਭਿਆਚਾਰ ਹੁੰਦਾ ਸੀ, ਇਹਨਾਂ ਦੀ ਆਪਣੀ ਬੋਲੀ ਹੁੰਦੀ ਸੀ, ਇਹਨਾਂ ਦਾ ਆਪਣਾ ਭਾਈਚਾਰਾ ਹੁੰਦਾ ਸੀ ਤੇ ਆਪਣੇ ਹੀ ਕਬੀਲਿਆਂ ਦੇ ਰੀਤੀ ਰਿਵਾਜ ਹੁੰਦੇ ਸਨ ਤੇ ਇਹ ਆਪਣਾ ਗੁਜ਼ਾਰਾ ਆਪਣੇ ਕਬੀਲੇ ਦੇ ਵਿੱਚ ਬੜੇ ਸਹਿਜ ਦੇ ਨਾਲ ਬੜਾ ਰਲ ਮਿਲ ਕੇ ਕਰ ਲੈਂਦੇ ਸਨ ਤੇ ਇਹਨਾਂ ਦਾ ਜੋ ਗੁਜ਼ਾਰਾ ਸੀ ਉਹ ਕੁਦਰਤ ਤੇ ਨਿਰਭਰ ਸੀ। ਇਹ ਕੁਦਰਤੀ ਢੰਗਾਂ ਨਾਲ ਆਪਣੇ ਜੀਵਨ ਨਿਰਵਾਹ ਲਈ ਆਪਣਾ ਪ੍ਰਬੰਧ ਕਰਦੇ ਸਨ। ਸੋ ਇਸ ਲਈ ਇਹ ਕੁਦਰਤ ਦੇ ਨਾਲ ਜਾਂ ਪ੍ਰਕਿਰਤੀ ਦੇ ਨਾਲ ਬੜੇ ਜੁੜੇ ਹੋਏ ਸਨ ਤੇ ਇਹਨਾਂ ਦੇ ਰਹਿਣ ਸਹਿਣ ਦੇ ਲਈ ਇਹਨਾਂ ਨੂੰ ਕੋਈ ਜ਼ਿਆਦਾ ਤਰੱਦਦ ਨਹੀਂ ਕਰਨੀ ਪੈਂਦੀ ਸੀ। ਆਪਣੀਆਂ ਲੋੜਾਂ ਨੂੰ ਇਹ ਕਬੀਲੇ ਆਪਸ 'ਚ ਹੀ ਮਿਲ ਕੇ ਆਪਣੇ ਆਲੇ ਦੁਆਲੇ 'ਚੋਂ ਹੀ ਪੂਰਾ ਕਰ ਲਿਆ ਕਰਦੇ ਸਨ। ਪਰ ਬਰਤਾਨਵੀ ਰਾਜ ਸਮੇਂ ਬਹੁਤ ਸਾਰੇ ਯੂਰਪੀਅਨ ਅਤੇ ਭਾਰਤੀ ਲੇਖਕਾਂ ਨੇ ਇਹਨਾਂ ਆਦਿਵਾਸੀ ਲੋਕਾਂ ਦੇ ਜੀਵਨ, ਆਰਥਿਕ ਵਿਵਸਥਾ ਅਤੇ ਸਮਾਜ ਬਾਰੇ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ। ਇਹਨਾਂ ਤੋਂ ਪਹਿਲਾਂ ਇਹਨਾਂ ਕਬੀਲਿਆਂ ਬਾਰੇ ਕੋਈ ਨਹੀਂ ਜਾਣਦਾ ਸੀ, ਪਰ ਜਿਵੇਂ ਅੰਗਰੇਜ਼ੀ ਰਾਜ ਸਾਡੇ ਦੇਸ਼ ਵਿੱਚ ਆਇਆ, ਉਹਨਾਂ ਦੇ ਕਰਕੇ ਬੜੇ ਯੂਰਪੀਅਨ ਅਤੇ ਭਾਰਤੀ ਲੇਖਕ ਇੱਥੇ ਭਾਰਤ ਵਿੱਚ ਆਏ। ਉਹਨਾਂ ਨੇ ਭਾਰਤ ਬਾਰੇ ਜਾਣਨਾ ਸ਼ੁਰੂ ਕੀਤਾ ਤੇ ਉਹ ਜਾਣਦੇ ਜਾਣਦੇ ਇਹਨਾਂ ਆਦਿਵਾਸੀ ਲੋਕਾਂ ਤੱਕ ਵੀ ਪਹੁੰਚੇ ਅਤੇ ਉਹਨਾਂ ਨੇ ਇਹਨਾਂ ਦੇ ਜੀਵਨ ਬਾਰੇ, ਇਹਨਾਂ ਦੀ ਆਰਥਿਕ ਵਿਵਸਥਾ ਬਾਰੇ ਅਤੇ ਸਮਾਜ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਅਤੇ ਅੱਗੋਂ ਉਹ ਕਿਤਾਬਾਂ ਦੇ ਰਾਹੀਂ ਸਾਡੇ ਤੱਕ ਪਹੁੰਚਾਉਣ ਦੀ ਵੀ ਕੋਸ਼ਿਸ਼ ਕੀਤੀ। ਇਹਨਾਂ ਆਦਿਵਾਸੀ ਲੋਕਾਂ ਵਿੱਚੋਂ 63% ਲੋਕ ਪਹਾੜੀ ਅਤੇ ਜੰਗਲੀ ਖੇਤਰ ਵਿੱਚ, 2.2% ਲੋਕ ਟਾਪੂਆਂ ਵਿੱਚ ਅਤੇ 1.6% ਲੋਕ ਅਰਧ-ਖੰਡ ਠੰਡੇ ਇਲਾਕਿਆਂ ਵਿੱਚ ਰਹਿੰਦੇ ਸਨ। ਬਾਕੀ ਲੋਕ ਹੋਰਨਾਂ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ
ਰਹਿੰਦੇ ਸਨ। ਸੋ ਇਹ ਇਹਨਾਂ ਦੀ ਇੱਕ ਸਾਨੂੰ ਪ੍ਰਤੀਸ਼ਤ ਵਿੱਚ ਗਿਣਤੀ ਦਰਸਾਈ ਗਈ ਹੈ ਕਿ ਇਹ ਕਬਾਇਲੀ ਲੋਕ ਕਿੱਥੇ ਕਿੱਥੇ ਤੇ ਕਿਵੇਂ ਰਹਿੰਦੇ ਸਨ। ਸੋ ਹੁਣ ਆਪਾਂ ਅੱਗੇ ਇਹਨਾਂ ਬਾਰੇ ਜਾਣਦੇ ਹਾਂ ਕਿ ਇਹ ਲੋਕੀ ਰਹਿੰਦੇ ਕਿਵੇਂ ਸਨ। ਤਾਂ ਇਹ ਲੋਕ ਇੱਕ ਜਾਂ ਦੋ ਕਮਰਿਆਂ ਵਾਲੀਆਂ ਝੌਂਪੜੀਆਂ ਵਿੱਚ ਰਹਿੰਦੇ ਸਨ, ਜਿਹੜੀਆਂ ਕਿ ਅਕਸਰ ਬੇਤਰਤੀਬ ਢੰਗ ਨਾਲ ਬਣੀਆਂ ਹੁੰਦੀਆਂ ਸਨ। ਭਾਵ ਕਿ ਕੋਈ ਖਾਸ ਢੰਗ ਦੇ ਨਾਲ ਇਹਨਾਂ ਨੂੰ ਨਹੀਂ ਬਣਾਇਆ ਜਾਂਦਾ ਸੀ ਤੇ ਇਹਨਾਂ ਦੀ ਜਿਹੜੀ ਬਣਤਰ ਵੀ ਸੀ ਉਹ ਵੀ ਕੋਈ ਜ਼ਿਆਦਾ ਵਧੀਆ ਨਹੀਂ ਹੁੰਦੀ ਸੀ। ਇਹ ਝੌਂਪੜੀਆਂ 2 ਜਾਂ 4 ਲਾਈਨਾਂ ਵਿੱਚ ਇੱਕ ਦੂਜੇ ਦੇ ਸਾਹਮਣੇ ਹੁੰਦੀਆਂ ਹਨ। ਇਹਨਾਂ ਦੇ ਆਲੇ ਦੁਆਲੇ ਦਰਖਤਾਂ ਦੇ ਝੁੰਡ ਹੁੰਦੇ ਸਨ। ਹੁਣ ਸਾਨੂੰ ਅੱਗੇ ਤਸਵੀਰ ਦੇ ਵਿੱਚ ਦਿਖਾਇਆ ਗਿਆ ਕਿ ਇਹ ਝੌਂਪੜੀਆਂ ਕਿਵੇਂ ਦੀਆਂ ਸਨ। ਇੱਥੇ ਕੁਝ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਬੱਚਿਓ ਤੁਹਾਨੂੰ ਸਮਝ ਆ ਜਾਵੇ ਕਿ ਇਹਨਾਂ ਲੋਕਾਂ ਦਾ ਰਹਿਣ ਸਹਿਣ, ਇਹਨਾਂ ਦੇ ਘਰ ਕਿਵੇਂ ਦੇ ਸੀ। ਤੇ ਇਹ ਘਰ ਆਪਾਂ ਵੇਖਦੇ ਹਾਂ ਕਿ ਇਹਨਾਂ ਨੇ ਆਪਣੇ ਆਲੇ ਦੁਆਲੇ ਚੋਂ ਹੀ ਦਰਖਤਾਂ ਦੇ ਪੱਤੇ ਲੈ ਕੇ ਜਾਂ ਦਰਖਤਾਂ ਦੀਆਂ ਲੱਕੜਾਂ ਲੈ ਕੇ ਬਣਾਏ ਹੋਏ ਹਨ ਅਤੇ ਇਹਨਾਂ ਦੇ ਜਿਹੜੇ ਘਰ ਬਣਾਉਣ ਦਾ ਢੰਗ ਵੀ ਸੀ ਉਹ ਬੜਾ ਸਾਦ ਮੁਰਾਦਾ ਜਿਹਾ ਸੀ। ਕੋਈ ਖਾਸ ਇਹਨਾਂ ਨੇ ਲਿਪਾ ਪੋਛੀ ਉਹਦੇ ਤੇ ਨਹੀਂ ਕੀਤੀ ਹੋਈ। ਬੜੇ ਕੁਦਰਤੀ ਢੰਗ ਦੇ ਨਾਲ ਇਹ ਆਪਣੇ ਘਰਾਂ ਨੂੰ ਬਣਾ ਲਿਆ ਕਰਦੇ ਸੀ ਤੇ ਉਹਨਾਂ ਵਿੱਚ ਰਹਿੰਦੇ ਸੀ ਅਤੇ ਸਿੱਧੀ ਸਾਦੀ ਜ਼ਿੰਦਗੀ ਬਤੀਤ ਕਰਦੇ ਸੀ। ਹੁਣ ਆਪਾਂ ਨੂੰ ਅੱਗੇ ਦਿਖਾਇਆ ਗਿਆ ਕਿ ਇਹ ਲੋਕ ਭੇਡ ਬੱਕਰੀਆਂ ਅਤੇ ਪਾਲਤੂ ਪਸ਼ੂ ਰੱਖਦੇ ਸਨ। ਆਪਣੇ ਗੁਜ਼ਾਰੇ ਲਈ ਇਹ ਲੋਕ ਪਸ਼ੂਆਂ ਦੇ ਨਾਲ ਵੀ ਸਾਂਝ ਰੱਖਦੇ ਸੀ। ਉਹਨਾਂ ਨੂੰ ਆਪਣੇ ਗੁਜ਼ਾਰੇ ਲਈ ਇਹ ਪਾਲਦੇ ਵੀ ਸੀ ਅਤੇ ਉਹਨਾਂ ਦੇ ਵਿੱਚ ਹੀ ਇਹ ਆਪਣਾ ਜੀਵਨ ਬਤੀਤ ਕਰਦੇ ਸੀ ਤੇ ਇਹਨਾਂ ਪਸ਼ੂਆਂ ਤੋਂ ਉਹ ਮਦਦ ਲੈਂਦੇ ਸੀ ਆਪਣੇ ਜੀਵਨ ਨਿਰਵਾਹ ਲਈ। ਇਹ ਆਦਿਵਾਸੀ ਲੋਕ ਸਥਾਨਕ, ਕੁਦਰਤੀ ਅਤੇ ਭੌਤਿਕ ਸਾਧਨਾਂ ਉੱਪਰ ਨਿਰਭਰ ਕਰਦੇ ਸੀ। ਬੱਚੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਹ ਲੋਕ ਕੋਈ ਬਾਹਰੀ ਦਿਖਾਵਾ ਨਹੀਂ ਕਰਦੇ ਸੀ, ਕੁਦਰਤੀ ਢੰਗ ਦੇ ਨਾਲ ਆਪਣਾ ਜੀਵਨ ਨਿਰਵਾਹ ਕਰਦੇ ਸੀ। ਸੋ ਸਾਨੂੰ ਇੱਥੇ ਹੁਣ ਇਹੀ ਦਿਖਾਇਆ ਗਿਆ ਕਿ ਇਹ ਲੋਕ ਆਪਣੇ ਜੀਵਨ ਦੀਆਂ ਲੋੜਾਂ ਆਪਣੇ ਆਲੇ ਦੁਆਲੇ ਚੋਂ ਹੀ ਪੂਰੀਆਂ ਕਰਦੇ ਸੀ ਅਤੇ ਬੜੀ ਸੰਤੁਸ਼ਟੀ ਜ਼ਿੰਦਗੀ ਜੀਆ ਕਰਦੇ ਸੀ। ਕਈ ਪ੍ਰਕਾਰ ਦੇ ਹੋਰ ਆਰਥਿਕ ਧੰਦੇ ਜਿਵੇਂ ਸ਼ਿਕਾਰ ਕਰਨਾ, ਭੋਜਨ ਇਕੱਠਾ ਕਰਨਾ, ਮੱਛੀਆਂ ਫੜਨਾ, ਬਲਦਾਂ ਰਾਹੀਂ ਹਲ ਵਾਹੁਣਾ ਆਦਿ ਵੀ ਪ੍ਰਚਲਿਤ ਹਨ। ਇਹਨਾਂ ਦੇ ਜੋ ਮੁੱਖ ਧੰਦੇ ਹਨ ਜਾਂ ਮੁੱਖ ਕਿੱਤੇ ਹਨ ਉਹਨਾਂ ਦੇ ਵਿੱਚ ਸ਼ਿਕਾਰ ਕਰਨਾ, ਭੋਜਨ ਇਕੱਠਾ ਕਰਕੇ ਰੱਖਣਾ, ਮੱਛੀਆਂ ਫੜਨਾ, ਬਲਦਾਂ ਰਾਹੀਂ ਹਲ ਵਾਹੁਣਾ ਆਦਿ ਇਹ ਢੰਗ ਅੱਜ ਵੀ ਇਹਨਾਂ ਕਬੀਲਿਆਂ ਦੇ ਵਿੱਚ ਪ੍ਰਚਲਿਤ ਹਨ, ਜਿਨ੍ਹਾਂ ਦੇ ਕਰਕੇ ਇਹ ਆਪਣਾ ਜੀਵਨ ਨਿਰਵਾਹ ਕਰਦੇ ਹਨ, ਆਪਣਾ ਤੇ ਆਪਣੇ ਬੱਚਿਆਂ ਦਾ ਪਾਲਣ ਕਰਦੇ ਹਨ। ਸੋ ਇਸ ਲਈ ਜੋ ਅੱਜ ਸਾਨੂੰ ਜ਼ਰੂਰਤਾਂ ਹਨ ਇੱਦਾਂ ਦੀਆਂ ਹੀ ਜ਼ਰੂਰਤਾਂ ਆਦਿਵਾਸੀਆਂ ਨੂੰ ਹਨ, ਪਰ ਉਹਨਾਂ ਦਾ ਆਪਣੇ ਆਪ ਤੇ ਨਿਰਭਰ ਹੋਣਾ ਬਹੁਤ ਜ਼ਿਆਦਾ ਸਾਨੂੰ ਪ੍ਰਭਾਵਿਤ ਕਰਦਾ ਹੈ ਕਿ ਉਹਨਾਂ ਨੇ ਆਪਣੀਆਂ ਲੋੜਾਂ ਨੂੰ ਆਪਣੇ ਆਲੇ ਦੁਆਲੇ ਚੋਂ ਹੀ ਪੂਰੀਆਂ ਕੀਤਾ ਹੈ, ਜਦ ਕਿ ਮਨੁੱਖ ਆਪਣੀਆਂ ਹੋਰ ਲੋੜਾਂ ਨੂੰ ਪੂਰੀਆਂ ਕਰਨ ਲਈ ਹੋਰ ਦੇਸ਼ਾਂ ਤੇ ਵੀ ਨਿਰਭਰ ਹੈ। ਸੋ ਹੁਣ ਆਪਾਂ ਦੇਖਦੇ ਹਾਂ ਕਿ ਕਬਾਇਲੀ ਸਮਾਜ ਦੇ ਲੋਕਾਂ ਦੀ ਸਭ ਤੋਂ ਮੁੱਢਲੀ ਸਮਾਜਿਕ ਇਕਾਈ ਪਰਿਵਾਰ ਹੈ, ਜਿੱਥੇ ਇਸਤਰੀਆਂ ਘਰੇਲੂ, ਆਰਥਿਕ, ਸੱਭਿਆਚਾਰਕ ਕੰਮਕਾਜ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਔਰਤਾਂ ਦੇ ਮੁੱਖ ਕੰਮ ਖਾਣਾ ਬਣਾਉਣ, ਲੱਕੜੀਆਂ ਇਕੱਠੀਆਂ ਕਰਨਾ, ਸਫਾਈ ਕਰਨਾ ਅਤੇ ਕੱਪੜੇ ਧੋਣਾ ਆਦਿ ਹੈ। ਆਪਾਂ ਨੂੰ ਤਸਵੀਰਾਂ ਵਿੱਚ ਵੀ ਦਿਖਾਇਆ ਗਿਆ ਹੈ ਕਿ ਔਰਤਾਂ ਘਰ ਦੇ ਕੰਮ ਵਿੱਚ ਕਿਵੇਂ ਮਦਦ ਕਰ ਰਹੀਆਂ ਹਨ। ਸੋ ਉਹ ਖੇਤੀ ਦੇ ਕੰਮਾਂ ਜਿਵੇਂ ਜ਼ਮੀਨ ਪੱਧਰੀ ਕਰਨਾ, ਫਸਲਾਂ ਬੀਜਣਾ, ਨਦੀਨ ਕੱਢਣੇ, ਫਸਲਾਂ ਕੱਟਣੀਆਂ ਆਦਿ ਵਿੱਚ ਵੀ ਮਰਦਾਂ ਦੀ ਸਹਾਇਤਾ ਕਰਦੀਆਂ ਸਨ। ਭਲੀ ਭਾਂਤ ਆਪਾਂ ਇਹਨਾਂ ਤਸਵੀਰਾਂ 'ਚੋਂ ਵੇਖ ਸਕਦੇ ਹਾਂ ਕਿ ਔਰਤਾਂ, ਕਬਾਇਲੀ ਔਰਤਾਂ ਜਾਂ ਆਦਿਵਾਸੀ ਔਰਤਾਂ ਆਪਣੇ ਮਰਦਾਂ ਦੇ ਨਾਲ ਜਾਂ ਆਪਣੇ ਭਾਈਚਾਰੇ ਦੇ ਨਾਲ ਮਿਲ ਕੇ ਮੋਢੇ ਨਾਲ ਮੋਢਾ ਲਗਾ ਕੇ ਕੰਮ ਕਰਦੀਆਂ ਦਿਖਾਈਆਂ ਗਈਆਂ ਹਨ ਤੇ ਉਹ ਅਜਿਹਾ ਕਰਦੇ ਵੀ ਹਨ ਤਾਂ ਕਿ ਆਪਣੇ ਜੀਵਨ ਨਿਰਵਾਹ ਨੂੰ ਉਹ ਸਹਿਜੇ ਹੀ
ਪੂਰੀਆਂ ਕਰ ਸਕਣ, ਆਪਣੀਆਂ ਲੋੜਾਂ ਨੂੰ ਪੂਰਾ ਕਰ ਸਕਣ, ਆਪਣੇ ਬੱਚਿਆਂ ਲਈ ਜਿਉਣ ਦੇ ਸਾਧਨ ਇਕੱਠੇ ਕਰਕੇ ਉਹਨਾਂ ਨੂੰ ਇੱਕ ਵਧੀਆ ਜੀਵਨ ਦੇ ਸਕਣ। ਮਰਦਾਂ ਦੇ ਮੁੱਖ ਕੰਮ ਜੰਗਲਾਂ ਦੀ ਕਟਾਈ ਕਰਨਾ, ਜ਼ਮੀਨ ਪੱਧਰੀ ਕਰਨਾ ਅਤੇ ਹਲ ਵਾਹੁਣਾ ਆਦਿ ਹਨ। ਕਿਉਂਕਿ ਆਦਿਵਾਸੀ ਔਰਤਾਂ ਆਰਥਿਕ ਕੰਮ ਵਿੱਚ ਮਰਦਾਂ ਦੀ ਸਹਾਇਤਾ ਕਰਦੀਆਂ ਹਨ, ਇਸ ਕਰਕੇ ਮਰਦ ਇੱਕ ਤੋਂ ਵਧੇਰੇ ਪਤਨੀਆਂ ਰੱਖਦੇ ਹਨ। ਇਸੇ ਕਾਰਨ ਕਬਾਇਲੀ ਸਮਾਜ ਵਿੱਚ ਬਹੁ ਵਿਆਹ ਪ੍ਰਥਾ ਪ੍ਰਚਲਿਤ ਹੈ, ਭਾਵ ਕਿ ਇੱਕ ਆਦਮੀ ਇੱਕ ਤੋਂ ਜ਼ਿਆਦਾ ਵਿਆਹ ਕਰਵਾ ਸਕਦਾ ਹੈ। ਕਾਰਨ ਇਹੀ ਸੀ ਕਿਉਂਕਿ ਔਰਤਾਂ ਮਰਦਾਂ ਦੀ ਆਰਥਿਕ ਮਦਦ ਵੀ ਕਰਦੀਆਂ ਸੀ ਉਹਨਾਂ ਦੇ ਕੰਮ ਵਿੱਚ। ਸੋ ਇਹ ਸਾਡੇ ਕੋਲੇ ਸਾਨੂੰ ਦੱਸਿਆ ਗਿਆ ਹੈ ਕਿ ਕਬਾਇਲੀ ਸਮਾਜ ਕਿਵੇਂ ਦਾ ਸੀ। ਮੁੱਖ ਪਰਿਵਾਰ ਜਿਹੜਾ ਉਹ ਕਬਾਇਲੀ ਸਮਾਜ ਦੀ ਮੁੱਢਲੀ ਇਕਾਈ ਸੀ ਤੇ ਉਹ ਆਪਣਾ ਜੀਵਨ ਨਿਰਵਾਹ ਕਿਵੇਂ ਕਰਦੇ ਸਨ। ਇਹਨਾਂ ਵਿੱਚ ਆਪਾਂ ਕੁਝ ਮੁੱਖ ਕਬੀਲਿਆਂ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਵਿੱਚ ਗੌਂਡ ਸਭ ਤੋਂ ਵੱਡਾ ਕਬੀਲਾ ਹੈ। ਭੀਲ, ਸੰਥਾਲ ਤੇ ਮਿਊਜ਼ੋ ਇਹ ਵੱਡੇ ਕਬੀਲਿਆਂ ਦੇ ਵਿੱਚ ਆਉਂਦੇ ਹਨ ਤੇ ਇਸ ਤੋਂ ਨਾਲ ਨਾਲ ਹੋਰ ਵੀ ਕਬੀਲੇ ਹੈਗੇ ਜਿਹੜੇ ਛੋਟੇ ਛੋਟੇ ਰਾਜਾਂ ਦੇ ਵਿੱਚ ਮਿਲਦੇ ਹਨ। ਸੋ ਆਓ ਬੱਚਿਓ, ਆਪਾਂ ਹੁਣ ਇਸ ਪੂਰੇ ਭਾਗ ਨੂੰ ਪ੍ਰਸ਼ਨਾਂ ਦੇ ਰਾਹੀਂ, ਛੋਟੇ ਛੋਟੇ ਪ੍ਰਸ਼ਨ ਅਸੀਂ ਤੁਹਾਡੇ ਲਈ ਬਣਾਏ ਹਨ, ਉਹਨਾਂ ਰਾਹੀਂ ਜਾਣਨ ਤੇ ਸਮਝਣ ਦੀ ਕੋਸ਼ਿਸ਼ ਕਰੀਏ। ਸੋ ਸਾਡੇ ਕੋਲੇ ਸਭ ਤੋਂ ਪਹਿਲਾਂ ਹੈ ਬਹੁ ਵਿਕਲਪੀ ਪ੍ਰਸ਼ਨ ਤੇ ਇਹਦੇ ਵਿੱਚ ਸਾਡੇ ਕੋਲੇ ਪਹਿਲਾ ਪ੍ਰਸ਼ਨ ਹੈ, ਕਬੀਲਿਆਂ ਦਾ ਸਭ ਤੋਂ ਵੱਡਾ ਹਿੱਸਾ ਇਹਨਾਂ ਪ੍ਰਾਂਤਾਂ ਵਿੱਚ ਰਹਿੰਦਾ ਸੀ ਤੇ ਉਹ ਪ੍ਰਾਂਤ ਸਾਡੇ ਕੋਲੇ ਹਨ। ਊੜੇ ਤੇ ਹੈ ਰਾਜਸਥਾਨ, ਐੜੇ ਤੇ ਹੈ ਗੁਜਰਾਤ, ਈੜੀ ਤੇ ਬਿਹਾਰ, ਸੱਸੇ ਤੇ ਉਪਰੋਕਤ ਸਾਰੇ। ਤਾਂ ਇਸ ਦਾ ਉੱਤਰ ਹੋਵੇਗਾ ਉਪਰੋਕਤ ਸਾਰੇ। ਫਿਰ ਇਸੇ ਤਰ੍ਹਾਂ ਸਾਡੇ ਕੋਲ ਇਹਦਾ ਬਹੁ ਵਿਕਲਪੀ ਦਾ ਪ੍ਰਸ਼ਨ ਨੰਬਰ 2 ਹੈ, ਆਦਿਵਾਸੀ ਲੋਕਾਂ ਵਿੱਚੋਂ ਜ਼ਿਆਦਾਤਰ ਲੋਕ ਇਹਨਾਂ ਕਬੀਲਿਆਂ ਨਾਲ ਸੰਬੰਧ ਰੱਖਦੇ ਹਨ। ਊੜੇ ਤੇ ਹੈ ਭੀਲ, ਐੜਾ ਗੌਂਡ, ਈੜੀ ਸੰਥਾਲ, ਸੱਸਾ ਉਪਰੋਕਤ ਸਾਰੇ। ਤਾਂ ਬੱਚਿਓ ਇਸ ਦਾ ਉੱਤਰ ਸੱਸਾ ਹੋਵੇਗਾ, ਉਪਰੋਕਤ ਸਾਰੇ। ਫਿਰ ਸਾਡੇ ਕੋਲ ਪ੍ਰਸ਼ਨ ਨੰਬਰ 3 ਹੈ, ਆਦਿਵਾਸੀ ਲੋਕਾਂ ਵਿੱਚੋਂ ਪਹਾੜੀ ਅਤੇ ਜੰਗਲੀ ਖੇਤਰ ਵਿੱਚ ਰਹਿੰਦੇ ਹਨ। ਊੜੇ ਤੇ ਹੈ 62%, ਐੜੇ ਤੇ ਹੈ 1.6%, ਈੜੀ ਤੇ ਹੈ 63% ਤੇ ਸੱਸੇ ਤੇ ਹੈ ਇਹਨਾਂ ਚੋਂ ਕੋਈ ਵੀ ਨਹੀਂ। ਤਾਂ ਇਸ ਦਾ ਸਹੀ ਉੱਤਰ ਜੋ ਹੈ ਉਹ ਈੜੀ ਹੈ ਬੱਚਿਓ, 63%। ਫਿਰ ਸਾਡੇ ਕੋਲ ਪ੍ਰਸ਼ਨ ਨੰਬਰ 4 ਹੈ ਕਿ ਆਦਿਵਾਸੀ ਦੀਆਂ ਝੌਂਪੜੀਆਂ ਦੇ ਆਲੇ ਦੁਆਲੇ ਊੜੇ ਤੇ ਹੈ ਫਸਲਾਂ, ਐੜੇ ਤੇ ਦਰਖਤਾਂ ਦੇ ਝੁੰਡ, ਈੜੀ ਟਾਪੂ ਤੇ ਸੱਸਾ ਇਹਨਾਂ ਚੋਂ ਕੋਈ ਵੀ ਨਹੀਂ। ਤਾਂ ਇਸ ਦਾ ਉੱਤਰ ਹੈ ਕਿ ਆਦਿਵਾਸੀਆਂ ਦੀਆਂ ਝੌਂਪੜੀਆਂ ਦੇ ਆਲੇ ਦੁਆਲੇ ਐੜਾ ਜੋ ਹੈ ਉਹ ਇਹਦਾ ਸਹੀ ਉੱਤਰ ਹੈ, ਦਰਖਤਾਂ ਦੇ ਝੁੰਡ ਹੁੰਦੇ ਸਨ। ਸੋ ਫਿਰ ਸਾਡੇ ਕੋਲੇ ਹੈ ਜੀ ਖਾਲੀ ਥਾਵਾਂ ਭਰੋ। ਆਦਿਵਾਸੀ ਕਈ ਛੋਟੇ ਛੋਟੇ ਡੈਸ਼ ਵਿੱਚ ਰਹਿੰਦੇ ਸਨ। ਤਾਂ ਇਸ ਦਾ ਹੈ ਉੱਤਰ ਰਾਜਾਂ ਵਿੱਚ ਰਹਿੰਦੇ ਸਨ। ਕਬੀਲਿਆਂ ਵਿੱਚ ਗੌਂਡ ਦੀ ਡੈਸ਼ ਸਭ ਤੋਂ ਵੱਧ ਸੀ ਗਿਣਤੀ। ਖਾਲੀ ਥਾਂ ਵਿੱਚ ਆਏਗਾ ਗਿਣਤੀ। ਫਿਰ ਨੰਬਰ 3 ਤੇ ਹੈ ਆਦਿਵਾਸੀਆਂ ਦੀਆਂ ਝੌਂਪੜੀਆਂ ਡੈਸ਼ ਢੰਗਾਂ ਦੀਆਂ ਬਣੀਆਂ ਹਨ। ਤਾਂ ਇਸ ਦਾ ਉੱਤਰ ਹੋਏਗਾ ਬੇਤਰਤੀਬੇ ਢੰਗਾਂ ਦੀਆਂ ਬਣੀਆਂ ਹੋਈਆਂ ਹਨ। ਆਦਿਵਾਸੀ ਲੋਕ ਭੇਡਾਂ, ਬੱਕਰੀਆਂ ਅਤੇ ਡੈਸ਼ ਪਸ਼ੂ ਪਾਲਦੇ ਸਨ। ਤਾਂ ਇਸ ਦਾ ਉੱਤਰ ਆਏਗਾ ਖਾਲੀ ਥਾਂ ਦੇ ਵਿੱਚ ਪਾਲਤੂ ਪਸ਼ੂ ਪਾਲਦੇ ਸਨ। ਫਿਰ ਨੰਬਰ 5 ਤੇ ਹੈ ਸਾਡੇ ਕੋਲੇ ਆਦਿਵਾਸੀ ਇੱਕ ਤੋਂ ਵਧੇਰੇ ਡੈਸ਼ ਰੱਖਦੇ ਹਨ।
ਤਾਂ ਇਸ ਦੇ ਵਿੱਚ ਆਏਗਾ ਪਤਨੀਆਂ ਰੱਖਦੇ ਹਨ। ਨੰਬਰ 6 ਤੇ ਸਾਡੇ ਕੋਲ ਖਾਲੀ ਥਾਂ ਹੈ। ਮਰਦਾਂ ਦਾ ਮੁੱਖ ਕੰਮ ਜੰਗਲਾਂ ਦੀ ਡੈਸ਼ ਕਰਨਾ, ਹਲ ਵਾਹੁਣਾ ਆਦਿ ਹੈ। ਤਾਂ ਇਸ ਵਿੱਚ ਆਵੇਗਾ ਮਰਦਾਂ ਦਾ ਮੁੱਖ ਕੰਮ ਜੰਗਲਾਂ ਦੀ ਕਟਾਈ ਕਰਨਾ, ਹਲ ਵਾਹੁਣਾ ਆਦਿ ਹੈ। ਫਿਰ ਨੰਬਰ 7 ਤੇ ਸਾਡੇ ਕੋਲੇ ਹੈ ਕਬਾਇਲੀ ਸਮਾਜ ਵਿੱਚ ਬਹੁ ਵਿਆਹ ਪ੍ਰਥਾ ਡੈਸ਼ ਹੈ। ਤਾਂ ਇਸ ਵਿੱਚ ਆਵੇਗਾ ਪ੍ਰਚਲਿਤ। ਤੇ ਇਸ ਤਰ੍ਹਾਂ ਇਹ ਸਾਡੇ ਕੋਲੇ ਖਾਲੀ ਥਾਵਾਂ ਸਨ। ਹੁਣ ਸਾਡੇ ਕੋਲੇ ਕੁਛ ਇੱਕ ਪ੍ਰਸ਼ਨ ਹਨ ਜਿਨ੍ਹਾਂ ਰਾਹੀਂ ਅਸੀਂ ਇਸ ਪਾਠ ਨੂੰ ਹੋਰ ਜ਼ਿਆਦਾ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਪਹਿਲਾ ਪ੍ਰਸ਼ਨ ਹੈ ਬੱਚਿਓ ਕਿ 1991 ਦੀ ਜਨਗਣਨਾ ਅਨੁਸਾਰ ਕਬਾਇਲੀ ਸਮਾਜ ਦੀ ਆਬਾਦੀ ਕਿੰਨੀ ਸੀ? ਤਾਂ ਇਸ ਦਾ ਉੱਤਰ ਆਵੇਗਾ ਕਿ 1991 ਦੀ ਜਨਗਣਨਾ ਅਨੁਸਾਰ ਕਬਾਇਲੀ ਸਮਾਜ ਦੀ ਆਬਾਦੀ ਲਗਭਗ 15,955,160 ਸੀ। ਉਸ ਤੋਂ ਬਾਅਦ ਸਾਡੇ ਕੋਲੇ ਦੂਜਾ ਪ੍ਰਸ਼ਨ ਹੈ ਆਦਿਵਾਸੀਆਂ ਲੋਕਾਂ ਵਿੱਚ ਜ਼ਿਆਦਾਤਰ ਲੋਕ ਕਿਹੜੇ ਕਬੀਲਿਆਂ ਨਾਲ ਸੰਬੰਧ ਰੱਖਦੇ ਸਨ? ਮੈਂ ਪ੍ਰਸ਼ਨ ਦੁਹਰਾ ਦੇਵਾਂ। ਆਦਿਵਾਸੀ ਲੋਕਾਂ ਵਿੱਚ ਜ਼ਿਆਦਾਤਰ ਲੋਕ ਕਿਹੜੇ ਕਬੀਲਿਆਂ ਨਾਲ ਸੰਬੰਧ ਰੱਖਦੇ ਸਨ? ਤਾਂ ਇਸ ਦਾ ਉੱਤਰ ਹੋਵੇਗਾ ਬੱਚਿਓ ਕਿ ਆਦਿਵਾਸੀ ਲੋਕਾਂ ਵਿੱਚ ਜ਼ਿਆਦਾਤਰ ਲੋਕ ਗੌਂਡ, ਭੀਲ, ਸੰਥਾਲ, ਮਿਊਜ਼ੋ ਆਦਿ ਕਬੀਲਿਆਂ ਨਾਲ ਸੰਬੰਧ ਰੱਖਦੇ ਸਨ। ਫਿਰ ਸਾਡੇ ਕੋਲ ਪ੍ਰਸ਼ਨ ਨੰਬਰ 3 ਹੈ ਕਿ ਬਰਤਾਨਵੀ ਰਾਜ ਸਮੇਂ ਯੂਰਪੀ ਅਤੇ ਭਾਰਤੀ ਲੇਖਕਾਂ ਨੇ ਆਦਿਵਾਸੀ ਲੋਕਾਂ ਬਾਰੇ ਕੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ? ਤਾਂ ਇਸ ਦਾ ਉੱਤਰ ਹੋਵੇਗਾ ਕਿ ਬਰਤਾਨਵੀ ਰਾਜ ਸਮੇਂ ਯੂਰਪੀ ਅਤੇ ਭਾਰਤੀ ਲੇਖਕਾਂ ਨੇ ਆਦਿਵਾਸੀ ਲੋਕਾਂ ਬਾਰੇ ਉਹਨਾਂ ਦੇ ਜੀਵਨ, ਆਰਥਿਕ ਵਿਵਸਥਾ ਅਤੇ ਸਮਾਜ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ। ਸੋ ਪ੍ਰਸ਼ਨ ਨੰਬਰ ਸਾਡੇ ਕੋਲੇ ਹੁਣ 4 ਹੈ ਕਿ ਆਦਿਵਾਸੀ ਲੋਕਾਂ ਵਿੱਚੋਂ ਕਿੰਨੇ ਪ੍ਰਤੀਸ਼ਤ ਲੋਕ ਟਾਪੂਆਂ ਅਤੇ ਅਰਧ-ਖੰਡ ਠੰਡੇ ਇਲਾਕਿਆਂ ਵਿੱਚ ਰਹਿੰਦੇ ਸਨ? ਪ੍ਰਸ਼ਨ ਆਪਾਂ ਦੁਹਰਾ ਦਈਏ ਕਿ ਆਦਿਵਾਸੀ ਲੋਕਾਂ ਵਿੱਚੋਂ ਕਿੰਨੇ ਪ੍ਰਤੀਸ਼ਤ ਲੋਕ ਟਾਪੂਆਂ ਅਤੇ ਅਰਧ-ਖੰਡ ਠੰਡੇ ਇਲਾਕਿਆਂ ਵਿੱਚ ਰਹਿੰਦੇ ਸਨ? ਤਾਂ ਇਸ ਦਾ ਉੱਤਰ ਹੈ ਬੱਚਿਓ ਟਾਪੂਆਂ ਵਿੱਚ 2.2%, ਅਰਧ-ਖੰਡ ਠੰਡੇ ਇਲਾਕਿਆਂ ਵਿੱਚ 1.6% ਲੋਕ ਰਹਿੰਦੇ ਸਨ। ਉਸ ਤੋਂ ਅੱਗੇ ਸਾਡੇ ਕੋਲ 5ਵਾਂ ਪ੍ਰਸ਼ਨ ਹੈ ਆਦਿਵਾਸੀ ਲੋਕ ਕਿਹੜੇ ਸਾਧਨਾਂ ਉੱਪਰ ਨਿਰਭਰ ਕਰਦੇ ਸਨ? ਤਾਂ ਇਸ ਦਾ ਉੱਤਰ ਹੈ ਕਿ ਆਦਿਵਾਸੀ ਲੋਕ ਸਥਾਨਕ, ਕੁਦਰਤੀ ਅਤੇ ਭੌਤਿਕ ਸਾਧਨਾਂ ਉੱਪਰ ਨਿਰਭਰ ਕਰਦੇ ਸਨ। ਫਿਰ ਸਾਡੇ ਕੋਲ 6 ਨੰਬਰ ਤੇ ਪ੍ਰਸ਼ਨ ਹੈ ਕਬਾਇਲੀ ਸਮਾਜ ਦੇ ਲੋਕਾਂ ਦੀ ਸਭ ਤੋਂ ਮੁੱਢਲੀ ਇਕਾਈ ਹੈ। ਪ੍ਰਸ਼ਨ ਆਪਾਂ ਦੁਹਰਾ ਦਈਏ ਕਿ ਕਬਾਇਲੀ ਸਮਾਜ ਲੋਕਾਂ ਦੀ ਸਭ ਤੋਂ ਮੁੱਢਲੀ ਇਕਾਈ ਕੀ ਹੈ? ਤਾਂ ਇਸ ਦਾ ਉੱਤਰ ਹੈ ਪਰਿਵਾਰ। ਫਿਰ ਸਾਡੇ ਕੋਲੇ 7ਵਾਂ ਪ੍ਰਸ਼ਨ ਹੈ ਕਬਾਇਲੀ ਸਮਾਜ ਦੀਆਂ ਇਸਤਰੀਆਂ ਕਿਹੜੇ ਕੰਮ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੀਆਂ ਹਨ? ਤਾਂ ਇਸ ਦਾ ਉੱਤਰ ਹੈ ਬੱਚਿਓ ਘਰੇਲੂ, ਆਰਥਿਕ, ਸੱਭਿਆਚਾਰਕ ਕੰਮਾਂ ਵਿੱਚ। ਹੁਣ ਸਾਡੇ ਕੋਲੇ ਹੈ ਕਿ ਸਹੀ ਮਿਲਾਨ ਕਰੋ। ਇਹਦੇ ਭਾਗ ਊੜਾ ਦੇ ਵਿੱਚ ਆਪਾਂ ਨੂੰ ਦਿੱਤਾ ਹੋਇਆ ਕਬਾਇਲੀ ਸਮਾਜ, ਜਨਗਣਨਾ, ਦਿਹਾਤੀ ਕੇਂਦਰੀ, ਲਕਸ਼ਦੀਪ, ਆਰਥਿਕ ਧੰਦੇ, ਬਹੁ ਵਿਆਹ। ਤੇ ਐੜੇ ਭਾਗ ਦੇ ਵਿੱਚ ਹੈ ਸ਼ਿਕਾਰ ਕਰਨਾ, ਆਦਿਵਾਸੀ ਸ਼ਾਸਿਤ ਪ੍ਰਦੇਸ਼, ਸ਼ਹਿਰੀ, ਵਧੇਰੇ ਪਤਨੀਆਂ 1991। ਤੋਂ ਆਓ ਆਪਾਂ ਹੁਣ ਮਿਲਾਨ ਕਰੀਏ। ਕਬਾਇਲੀ ਸਮਾਜ, ਆਦਿਵਾਸੀ। ਐੜੇ ਭਾਗ ਦੇ ਅਸੀਂ ਆਦਿਵਾਸੀ ਨਾਲ ਇਸ ਦਾ ਮਿਲਾਨ ਕਰਾਂਗੇ। ਜਨਗਣਨਾ
ਐੜੇ ਭਾਗ ਦੇ ਨਾਲ 1991 ਨਾਲ ਜਨਗਣਨਾ ਦਾ ਮਿਲਾਨ ਕਰਾਂਗੇ। ਦਿਹਾਤੀ ਕੇਂਦਰੀ ਤਾਂ ਇਸ ਦਾ ਮਿਲਾਨ ਅਸੀਂ ਸ਼ਹਿਰੀ ਨਾਲ ਕਰਾਂਗੇ। ਲਕਸ਼ਦੀਪ ਐੜੇ ਭਾਗ ਦੇ ਸ਼ਾਸਤ ਪ੍ਰਦੇਸ਼ ਨਾਲ ਅਸੀਂ ਇਸ ਦਾ ਮਿਲਾਨ ਕਰਾਂਗੇ। ਆਰਥਿਕ ਧੰਦੇ ਐੜੇ ਭਾਗ ਵਿੱਚ ਸ਼ਿਕਾਰ ਕਰਨਾ ਨਾਲ ਅਸੀਂ ਇਸ ਦਾ ਮਿਲਾਨ ਕਰਾਂਗੇ। ਤਾਂ ਉਸ ਤੋਂ ਅੱਗੇ ਹੈ ਸਾਡੇ ਕੋਲੇ ਬਹੁ ਵਿਆਹ, ਤਾਂ ਇਸ ਦਾ ਸਾਡੇ ਕੋਲੇ ਐੜੇ ਭਾਗ ਦੇ ਨਾਲ ਮਿਲਾਨ ਹੋਵੇਗਾ ਵਧੇਰੇ ਪਤਨੀਆਂ। ਇਸ ਤਰ੍ਹਾਂ ਬੱਚਿਓ ਇਹ ਸਾਡਾ ਮਿਲਾਨ ਕਰਨ ਦਾ ਢੰਗ ਸੀਗਾ ਕਿ ਅਸੀਂ ਉਸ ਦੇ ਨਾਲ ਆਪਣੇ ਆਪ ਨੂੰ ਇਸ ਪਾਠ ਦੇ ਨਾਲ ਹੋਰ ਜੋੜ ਸਕੀਏ। ਉਸ ਤੋਂ ਅੱਗੇ ਹੈ ਸਾਡੇ ਕੋਲੇ ਕਿ ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ। ਸੋ ਆਓ ਆਪਾਂ ਜਾਣੀਏ। ਨੰਬਰ 1 ਤੇ ਸਾਨੂੰ ਦਿੱਤਾ ਹੋਇਆ ਹੈ ਕਬਾਇਲੀ ਸਮਾਜ ਵਿੱਚ ਗੌਂਡ ਕਬੀਲੇ ਦੀ ਗਿਣਤੀ ਸਭ ਤੋਂ ਘੱਟ ਸੀ, ਤਾਂ ਇਹ ਉੱਤਰ ਹੋਵੇਗਾ ਗਲਤ। ਫਿਰ ਸਾਡੇ ਕੋਲੇ ਹੈ ਲੋਕ ਭੇਡਾਂ ਬੱਕਰੀਆਂ ਅਤੇ ਪਾਲਤੂ ਪਸ਼ੂ ਰੱਖਦੇ ਸਨ, ਤਾਂ ਇਸ ਦਾ ਉੱਤਰ ਹੋਵੇਗਾ ਸਹੀ। ਫਿਰ ਸਾਡੇ ਕੋਲ ਹੈ ਕਬਾਇਲੀ ਸਮਾਜ ਵਿੱਚ ਇਸਤਰੀਆਂ ਮਰਦਾਂ ਦੀ ਕੋਈ ਵੀ ਆਰਥਿਕ ਸਹਾਇਤਾ ਨਹੀਂ ਕਰਦੀਆਂ ਸਨ, ਤਾਂ ਇਸ ਦਾ ਉੱਤਰ ਹੋਵੇਗਾ ਬੱਚਿਓ ਗਲਤ। ਫਿਰ ਸਾਡੇ ਕੋਲੇ ਹੈ ਕਬਾਇਲੀ ਸਮਾਜ ਵਿੱਚ ਮਰਦ ਇੱਕ ਤੋਂ ਵਧੇਰੇ ਪਤਨੀਆਂ ਰੱਖਦੇ ਸਨ, ਤਾਂ ਇਹਦਾ ਉੱਤਰ ਆਵੇਗਾ ਸਹੀ। ਫਿਰ ਸਾਡੇ ਕੋਲ ਨੰਬਰ 5 ਤੇ ਹੈ ਕਬਾਇਲੀ ਸਮਾਜ ਦੇ ਲੋਕਾਂ ਦੀ ਸਭ ਤੋਂ ਮੁੱਢਲੀ ਇਕਾਈ ਪਿੰਡ ਸੀ, ਤਾਂ ਇਸ ਦਾ ਉੱਤਰ ਹੋਵੇਗਾ ਗਲਤ। ਸਭ ਤੋਂ ਮੁੱਢਲੀ ਇਕਾਈ ਆਪਾਂ ਪੜ੍ਹੀ ਸੀ ਕਿ ਪਰਿਵਾਰ ਹੈ। ਇਸ ਤਰ੍ਹਾਂ ਬੱਚਿਓ ਇਹ ਕੁਛ ਇੱਕ ਪ੍ਰਸ਼ਨ ਸੀ ਸਾਡੇ ਕੋਲੇ ਜਿਨ੍ਹਾਂ ਦੇ ਨਾਲ ਆਪਾਂ ਇਸ ਜੋ ਹੁਣ ਤੱਕ ਇਸ ਭਾਗ ਵਿੱਚ ਪੜ੍ਹਿਆ ਹੈ ਉਸ ਨੂੰ ਜਾਣ ਸਕਦੇ। ਤੇ ਅੱਗੇ ਸਾਡੇ ਕੋਲੇ ਇੱਕ ਤਸਵੀਰ ਆਪਾਂ ਨੂੰ ਦਿੱਤੀ ਗਈ ਹੈ, ਦੇਖੋ ਅਤੇ ਦੱਸੋ। ਇਹ ਤਸਵੀਰ ਵਿੱਚ ਤੁਸੀਂ ਹੁਣ ਆਪਣੇ ਸ਼ਬਦਾਂ ਵਿੱਚ ਦੱਸਣਾ ਹੈ ਕਿ ਇਸ ਤਸਵੀਰ ਵਿੱਚ ਕੀ ਹੋ ਰਿਹਾ ਹੈ। ਸੋ ਇਹ ਕੁਛ ਇੱਕ ਅੱਜ ਆਪਾਂ ਨੇ ਸਾਡਾ ਜਿਹੜਾ ਪਾਠ ਨੰਬਰ 13 ਹੈ ਉਸ ਵਿੱਚ ਬਸਤੀਵਾਦ ਅਤੇ ਕਬਾਇਲੀ ਸਮਾਜ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਉਸ ਦਾ ਆਪਾਂ ਇੱਕ ਭਾਗ ਅੱਜ ਵਿਚਾਰਿਆ ਹੈ ਜਿਸ ਵਿੱਚ ਆਪਾਂ ਨੇ ਕਬਾਇਲੀ ਸਮਾਜ ਬਾਰੇ ਇਹ ਜਾਣਿਆ ਕਿ ਭਾਰਤ ਦੀ ਆਬਾਦੀ ਦਾ ਇੱਕ ਮਹੱਤਵਪੂਰਨ ਹਿੱਸਾ ਹਨ। 1991 ਦੀ ਜਨਗਣਨਾ ਅਨੁਸਾਰ ਤਕਰੀਬਨ ਇਹ 1,59,55,160 ਸੀ, ਜਿਸ ਨੂੰ ਕਿ ਅਸੀਂ ਕਹਾਂਗੇ ਕਿ 15,955,160 ਤੱਕ ਸੀ। ਤੇ ਇਹਨਾਂ ਕਬੀਲਿਆਂ ਦੇ ਸਭ ਤੋਂ ਵੱਡੇ ਹਿੱਸੇ ਰਾਜਸਥਾਨ, ਗੁਜਰਾਤ, ਬਿਹਾਰ, ਉੜੀਸਾ ਤੇ ਮੱਧ ਪ੍ਰਦੇਸ਼ ਵਿੱਚ ਰਹਿੰਦੇ ਹਨ। ਇਹਨਾਂ ਤੋਂ ਇਲਾਵਾ ਆਦਿਵਾਸੀ ਕਈ ਛੋਟੇ ਰਾਜਾਂ ਵਿੱਚ ਵੀ ਰਹਿੰਦੇ ਹਨ, ਜਿਵੇਂ ਸਿੱਕਮ, ਗੋਆ, ਮਿਜ਼ੋਰਮ, ਦਾਦਰਾ ਨਗਰ ਹਵੇਲੀ ਅਤੇ ਲਕਸ਼ਦੀਪ ਆਦਿ ਹਨ। ਤੇ ਲੋਕੀ ਜ਼ਿਆਦਾਤਰ ਇਹਨਾਂ ਚੋਂ ਕਬੀਲਿਆਂ ਦੇ ਵਿੱਚ ਹੀ ਰਹਿੰਦੇ ਹਨ ਅਤੇ ਇਹਨਾਂ ਦੀ ਜਾਣਕਾਰੀ ਸਾਡੇ ਕੋਲੇ ਉਪਲਬਧ ਹੋਈ ਜਦੋਂ ਬਰਤਾਨਵੀ ਰਾਜ ਸਮੇਂ ਯੂਰਪੀਅਨਾਂ ਅਤੇ ਭਾਰਤੀ ਲੇਖਕਾਂ ਨੇ ਇਹਨਾਂ ਦੀ ਆਰਥਿਕ, ਇਹਨਾਂ ਦੇ ਰਹਿਣ ਸਹਿਣ ਬਾਰੇ ਜਾਣਿਆ ਤੇ ਉਹਨਾਂ ਨੂੰ ਆਪਣੀਆਂ ਕਿਤਾਬਾਂ ਦੇ ਵਿੱਚ ਦਰਜ ਕੀਤਾ ਤੇ ਉਹ ਜਾਣਕਾਰੀ ਸਾਡੇ ਤੱਕ ਪਹੁੰਚੀ ਕਿ ਇਹਨਾਂ ਲੋਕਾਂ ਦਾ ਰਹਿਣ ਸਹਿਣ ਕਿਵੇਂ ਦਾ ਹੈ, ਇਹ ਕਿਵੇਂ ਦਾ ਆਪਣਾ ਜੀਵਨ ਗੁਜ਼ਾਰਾ ਕਰਦੇ ਹਨ ਤੇ ਇਹਨਾਂ ਦਾ ਸੱਭਿਆਚਾਰ ਕਿਵੇਂ ਦਾ ਹੈ, ਉਹ ਸਾਨੂੰ ਜਾਣਨ ਦੀ ਉਹਨਾਂ ਨੇ ਮਦਦ ਕੀਤੀ। ਅਤੇ ਅੱਜ ਅਸੀਂ ਜਾਣ ਰਹੇ ਹਾਂ ਕਿ ਇਹ ਸਾਡੇ ਭਾਰਤ ਦਾ ਇੱਕ ਅਨਿੱਖੜਵਾਂ ਅੰਗ ਹਨ ਜੋ ਕਿ ਇੱਕ ਵੱਖਰੀ ਪਹਿਚਾਣ ਰੱਖਦੇ ਹਨ। ਇਹਨਾਂ ਦਾ ਆਪਣਾ ਸੱਭਿਆਚਾਰ ਹੈ, ਆਪਣਾ ਰਹਿਣ ਸਹਿਣ ਹੈ ਤੇ ਆਪਣਾ ਜੀਵਨ ਇਹ ਬਤੀਤ ਬੜੀ ਮਸਤੀ ਨਾਲ ਕਰਦੇ ਹਨ। ਸੋ ਕਬਾਇਲੀ ਸਮਾਜ ਬਾਰੇ ਆਪਾਂ ਨੇ ਥੋੜ੍ਹਾ ਜਿਹਾ ਜਾਣਿਆ, ਇੱਥੋਂ ਦੀਆਂ ਇਸਤਰੀਆਂ ਅਤੇ ਮਰਦਾਂ ਬਾਰੇ ਜਾਣਿਆ ਕਿ ਇਸਤਰੀਆਂ ਮਰਦਾਂ ਦੇ ਕੰਮਾਂ 'ਚ ਮਦਦ ਕਰਦੀਆਂ ਹਨ। ਉਹਨਾਂ ਦਾ ਮੁੱਖ ਕੰਮ ਘਰ ਨੂੰ ਚਲਾਉਣਾ ਹੈ, ਘਰ ਦੇ ਕੰਮਾਂ ਦਾ ਧਿਆਨ ਰੱਖਣਾ ਹੈ ਤੇ ਨਾਲ ਦੀ ਨਾਲ ਆਪਣੇ ਜੀਵਨ ਸਾਥੀ ਦਾ ਜਾਂ ਆਪਣੇ ਪਰਿਵਾਰ ਦੇ ਲਈ ਕੰਮ ਕਰਦੇ ਰਹਿਣਾ ਹੈ। ਸੋ ਇਸ ਤਰ੍ਹਾਂ ਬੱਚਿਓ ਆਪਾਂ ਨੇ ਅੱਜ ਇਸ ਪਾਠ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕੀਤੀ। ਮੈਨੂੰ ਆਸ ਹੈ ਕਿ ਤੁਸੀਂ
ਸਮਝ ਗਏ ਹੋਵੋਗੇ ਕਿ ਅਸੀਂ ਸਾਡੇ ਕਮਾਈਲੀ ਸਮਾਜ ਬਾਰੇ ਜਾਣਨਾ ਸਾਨੂੰ ਜ਼ਰੂਰੀ ਹੈ ਅਤੇ ਅਸੀਂ ਕੁਝ ਜਾਣਿਆ ਵੀ ਹੈ। ਸੋ ਪਿਆਰੇ ਵਿਦਿਆਰਥੀਓ, ਮੈਨੂੰ ਆਸ ਹੈ ਕਿ ਤੁਹਾਨੂੰ ਕਬਾਇਲੀ ਸਮਾਜ ਬਾਰੇ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਅਗਲੇ ਭਾਗ 2 ਵਿੱਚ ਅਸੀਂ ਫਿਰ ਮਿਲਾਂਗੇ। 19ਵੀਂ ਸਦੀ ਵਿੱਚ ਕਬਾਇਲੀ ਸਮਾਜ ਅਤੇ ਉਸ ਦੀ ਆਰਥਿਕ ਦਸ਼ਾ ਵਿੱਚ ਤਬਦੀਲੀਆਂ ਬਾਰੇ ਆਪਾਂ ਪੜ੍ਹਾਂਗੇ। ਧੰਨਵਾਦ।